Hi guys, I'm Sean. This is Alyssa. Gus is in our hearts, and this is Internet Rabbit Hole Daily. And you sorry. clicked the wrong button. That's okay. Wrong We button. don't have time to do that again because we're so eager to check out the next section of Char Sahib Zadeh. That's right, Yes. full movie reaction. Hope you enjoy. ਗੁਰੂ ਪਿਤਾ ਜੀ ਗੜੀ ਦੇ ਚਾਰੇ ਪਾਸੇ ਪਹਿਰੇਦਾਰ ਲਗਾ ਦਿੱਤੇ ਨੇ। ਦਸ਼ਮੇਸ਼ ਪਿਤਾ ਜੀ ਤੁਹਾਡੇ ਹੁਕਮ ਅਨੁਸਾਰ ਜ਼ਖਮੀ ਸਿੰਘਾਂ ਦਾ ਇਲਾਜ ਚੱਲ ਰਿਹਾ ਹੈ। ਅਸੀਂ ਗੜੀ ਦੇ ਆਸ-ਪਾਸ ਤਿੱਖੀ ਨਜ਼ਰ ਰੱਖਾਂਗੇ। ਮੁਗਲ ਫੌਜ ਇੱਥੇ ਕਿਸੇ ਵੀ ਵੇਲੇ ਪਹੁੰਚ ਸਕਦੀ ਹੈ। What's the Falcon doing? It seems to... ਸਿੰਘ ਜੀ ਅਸੀਂ ਅਸਲੀ Ah. ਪਹਿਰੇਦਾਰ ਭੁੱਲ ਹੀ ਗਏ। He's a lookout? He's reminded them that he's the sharpest lookout they got. Can he talk to them though? Can the guru understand the... Well, I think they've got a Birdie? connection. I don't know. Yeah. ਚਮਕੌਰ ਦੇ ਬਸ਼ਿੰਦੋ ਸੁਣੋ ਖਲਕ ਖੁਦਾ ਦਾ ਮੁਲਕ ਬਾਦਸ਼ਾਹ ਦਾ ਹੁਕਮ ਵਜ਼ੀਰ ਖਾਨ ਦਾ ਧਿਆਨ ਨਾਲ ਸੁਣੋ Oh boy. ਪੀਰ ਆਪਣੇ ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚਿਆ ਹੈ ਫੌਜਦਾਰ ਦਾ ਹੁਕਮ ਹੈ ਜੇ ਕੋਈ ਵੀ ਅਨੰਦਪੁਰ ਦੇ ਗੁਰੂ ਜਾਂ ਉਸ ਦੇ ਸਿੰਘਾਂ ਦੀ ਮਦਦ ਕਰੇਗਾ ਉਸ ਦਾ ਸਰ ਕਲਮ ਕਰ ਦਿੱਤਾ ਜਾਵੇਗਾ ਪੁੱਤਰ ਇਹ ਚੋਰੀ ਤਾਂ ਮੈਂ ਤੇਰੇ ਲਈ ਕੁੱਟੀ ਸੀ ਤੂੰ ਇਹਨੂੰ ਲੈ ਕੇ ਕਿੱਥੇ ਜਾ ਰਿਹਾ ਹੈ ਮਾਂ ਅਨੰਦਪੁਰ ਸਾਹਿਬ ਵਾਲੇ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਗੜੀ ਵਿੱਚ ਆਏ ਹੋਏ ਨੇ ਸਾਰੇ ਲੋਕ ਉਹਨਾਂ ਲਈ ਕੁਝ ਨਾ ਕੁਝ ਲੈ ਕੇ ਜਾ ਰਹੇ ਨੇ ਇਹ ਚੋਰੀ ਮੈਂ ਉਹਨਾਂ ਨੂੰ ਦੇ ਕੇ ਆਵਾਂਗਾ ਨਾ ਪੁੱਤਰ ਇੰਜ ਨਾ ਕਰੀ ਕਿਤੇ ਆਪਣੇ ਤੇ ਕੋਈ ਹੋਰ ਮੁਸੀਬਤ ਨਾ ਆ ਜਾਵੇ ਕੁੜੇ ਕੁੜੀਏ ਕਿਉਂ ਮੇਰੇ ਮੁੰਡੇ ਨੂੰ ਡਰਾਉਣ ਲੱਗੀ ਹੈ ਕੀ ਮਾੜਾ ਕਰਨ ਲੱਗਿਆ ਮੇਰਾ ਲਾਲ ਮੈਂ ਚੱਲਿਆ ਬੇਬੇ I guess we know who wins out, Grandma. ਸਿੰਘਾ ਵਰਗਾ ਡਰਪੋਕ ਬਣਾਉਂਦੀ ਹੈ ਜਿਹੜੇ ਗੁਰੂ ਸਾਹਿਬ ਨੂੰ ਕਿਲੇ ਵਿੱਚ ਛੱਡਾਏ ਸੀ ਤੈਨੂੰ ਪਤਾ ਹੈ ਜਦੋਂ ਪਕੌੜੇ ਘਰ ਵਾਪਸ ਆਏ ਸੀ ਤਦ ਕਰਦਿਆਂ ਨੇ ਉਹਨਾਂ ਨੂੰ ਕਿੰਨੀਆਂ ਫਿੱਟ ਲਾਂਟਾਂ ਪਾਈਆਂ ਲੈ ਪਾ ਲੈ ਚੂੜੀਆਂ ਮੇਰੀਆਂ ਤੇ ਸਾਂਭ ਆਪਣਾ ਚੌਕਾ ਚੁੱਲਾ ਤੇ ਤਲਵਾਰ ਮੈਨੂੰ ਆਪਣੀ ਮੈਂ ਗੁਰੂ ਦੀ ਸਿੰਘਣੀ ਬਣ ਕੇ ਮੈਦਾਨ ਵਿੱਚ ਡਟ ਜਾਨੀ ਆ Is she this guy's? It's his wife. She's furious. Sing Ni means lioness. Oh, it is referred to in Amritdari women, i.e. one who has been initiated into the Khalsa. It is a description and is not to be confused with being a part of Amritdari women's name. Okay, so a woman that has been initiated into the Khalsa. But wouldn't Kaur be Kar? Sing Ni. Yeah, you know what? That's Kaur would be, I don't know. I'm not sure. ਸਿੰਘ ਨਹੀਂ ਉਹ ਸਿੰਘਣੀ ਦਾ ਵੀ ਸਿੰਘ ਨਹੀਂ ਮੈਂ ਆਪਣੇ ਗੁਰੂ ਦੇ ਦੁਸ਼ਮਣਾਂ ਨਾਲ ਆਪ ਲੜਾਂਗੀ ਓਏ ਮੂਰਖ ਸਿਰ ਦੇ ਕੇ ਤੂੰ ਖੰਡੇ ਦਾ ਅੰਮ੍ਰਿਤ ਛਕਿਆ ਉਹ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਉਹਨਾਂ ਨੇ ਤੈਨੂੰ ਸਿਪਾਹੀ ਬਣਾਇਆ ਤੇ ਤੂੰ ਉਹਨਾਂ ਨੂੰ ਛੱਡ ਕੇ ਘਰ ਭੱਜ True. ਚਾਲੀਆਂ ਨੂੰ ਪਕਾਉਣ ਵਾਲੀਆਂ really ਰੰਨਾਂ ਬਹੁਤੀਆਂ mad. ਯਾਦ ਆ ਗਈਆਂ ਮਾਤਾ ਗੁਜਰੀ ਦਾ ਲਾਲ ਵੀ ਤਾਂ ਢਿੱਡੋਂ ਭੁੱਖਾ ਸੀ ਸ਼ੇਰ ਦੀ ਗੁਫਾ ਵਿੱਚ ਰਹਿਣਾ ਤੁਹਾਨੂੰ ਰਾਸ ਨਾ ਆਇਆ ਗਿੱਦੜੋ ਬੰਦੇ ਬਣਨ ਪਏ ਸੀ ਮਾਫ ਕਰਨਾ ਮਾਂ ਜੀ ਪੁੱਤਰ ਦੇ ਮੋਹ ਨੇ ਮੈਨੂੰ ਕਮਜ਼ੋਰ ਬਣਾ ਦਿੱਤਾ ਤੇ ਮੈਂ ਸਿੰਘਣੀ ਹੋਣ ਦਾ ਫਰਜ਼ ਭੁੱਲ ਬੈਠੀ Yeah. ਇਸ ਤੋਂ ਪਹਿਲਾਂ ਇਸ ਪਹਿਰੇਦਾਰ ਦੀ ਆਵਾਜ਼ ਮੇਰੇ ਵਾਂਗੂ ਕਿਸੇ ਹੋਰ ਮਾਂ ਨੂੰ ਡਰਾਵੇ ਸੁਣੋ 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 ਚਮਕੌਰ ਦੇ ਬਸ਼ਿੰਦੋ ਸੁਣੋ ਖਲਕ ਖੁਦਾ ਦਾ ਮੁਲਕ ਬਾਦਸ਼ਾਹ ਦਾ What is? She's taking matters into her own hands. ਹੇ ਵਾਹਿਗੁਰੂ ਮਿਹਰ ਕਰੀ ਭਾਗ ਸਿੰਘ ਜੀ Oh, is it the people with the ਦੋ gifts? ਬੱਚੇ ਝਾੜੀਆਂ ਚ ਲੁਕਦੇ ਹੋਏ ਗੜੀ ਦੇ ਵੱਲ ਨੂੰ ਆ ਰਹੇ ਨੇ ਚਲੋ ਵੇਖਦੇ ਆਂ ਕੌਣ ਹੋ ਤੁਸੀਂ ਅਸੀਂ ਸੁਣਿਆ ਕਿ ਅਨੰਦਪੁਰ ਸਾਹਿਬ ਵਾਲੇ ਗੁਰੂ ਜੀ ਫਿਰ ਗੜੀ ਚ ਆਏ ਹੋਏ ਨੇ ਤੇ ਮੈਂ ਉਹਨਾਂ ਲਈ ਚੂਰੀ ਲੈ ਕੇ ਆਇਆ ਤੇ ਮੈਂ ਕੀ ਸ਼ੱਕਰ ਮੁਗਲਾਂ ਨੇ ਤਾਂ ਪਿੰਡ ਵਾਲਿਆਂ ਨੂੰ ਕਿਹਾ ਹੋਇਆ ਹੈ ਕਿ ਸਾਡੀ ਕੋਈ ਮਦਦ ਨਾ ਕਰੇ ਤੁਹਾਨੂੰ ਡਰ ਨਹੀਂ ਲੱਗਿਆ ਜੇ ਗੁਰੂ ਸਾਹਿਬ ਮੁਗਲਾਂ ਤੋਂ ਨਹੀਂ ਡਰਦੇ ਤੇ ਫਿਰ ਅਸੀਂ ਵੀ ਕਿਸੇ ਤੋਂ ਨਹੀਂ ਡਰਦੇ What? ਸਿੰਘ ਜੀ ਇਹਨਾਂ ਦੀ ਸੌਗਾਤ ਜਾ ਕੇ ਗੁਰੂ ਜੀ ਦੇ ਚਰਨਾਂ 'ਚ ਰੱਖ ਦਿਓ ਜੀ ਇਹ ਕੌਣ ਨੇ ਇਹ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ ਅੱਛਾ ਜੀ ਸਾਨੂੰ ਵੀ ਆਪਣੇ ਛੋਟੇ ਭਰਾ ਸਮਝ ਕੇ ਆਪਣੀ ਸੈਨਾ 'ਚ ਭਰਤੀ ਕਰ ਲਓ
Oh, he's like seeing his own brothers through them. ਵੀਰ ਜੀ ਤੁਸੀਂ ਦੱਸਿਆ ਨਹੀਂ ਸਾਡੀ ਭੁੱਖ ਤੇ ਪਿਆਸ ਦੀ ਚਿੰਤਾ ਕੀਤੀ ਤੇ ਖਤਰਾ ਮੋਲ ਲਿਆ। ਇਹ ਕੰਮ ਕਿਸੇ ਯੋਧੇ ਸੂਰਮੇ ਤੋਂ ਘੱਟ ਹੈ। ਭਾਗ ਸਿੰਘ ਜੀ, ਇਹਨਾਂ ਦੋਨਾਂ ਨਿੱਕੇ ਯੋਧਿਆਂ ਨੂੰ ਹਿਫਾਜ਼ਤ ਦੇ ਨਾਲ ਇਹਨਾਂ ਦੇ ਘਰ ਪਹੁੰਚਾ ਦਿਓ। Isn't it more dangerous for one of the To Sikh follow them soldiers back. to Yeah, I go would think and so. I would show think so. themselves? Yeah. They're more they're like discreet if they just If go. they're in their regular village clothes. I'm not, yeah. No, Perhaps they I'm just more made worried sure that now. they went home from afar. Oh, here's the brother. बस माता जी कुछ अद्धा कोस होर होना। लो आ गया। कुम्मा, ओए कुम्मा। Doing? I He's think he's just sort of doing playing around. something. Yeah, just sort of. ਕੀ ਸੋਚ ਰਿਹਾ ਜੁਝਾਰ ਸਿੰਘ? ਨਿੱਕੇ ਵੀਰਾਂ ਦੀ ਯਾਦ ਆ ਗਈ ਸੀ ਵੀਰ ਜੀ। Aw. ਸਰਸਾ ਨਦੀ ਦੇ ਪਾਣੀ ਨੂੰ ਪਤਾ ਨਹੀਂ ਕੀ ਸੁੱਝਿਆ। ਅੱਜ ਦੇ ਦਿਨ ਹੀ ਇੰਨਾ ਚੜਨਾ ਸੀ। ਤੂੰ ਫਿਕਰ ਨਾ ਕਰ ਜੁਝਾਰ ਸਿੰਘ। ਮਾਤਾ ਜੀ ਤੇ ਹੋਰ ਸਿੰਘ ਸਾਹਿਬ ਹਨ ਉਹਨਾਂ ਦੇ ਨਾਲ। ਹੁਣ ਤੱਕ ਤਾਂ ਉਹ ਦਿੱਲੀ ਪਹੁੰਚ ਗਏ ਹੋਣਗੇ। गंगू ख्याल रखी नदी नाल लगदी पगडंडी फड़ लवी ਉਹ ਸਿੱਧੀ ਤੇਰੇ ਪਿੰਡ ਖੇੜੀ ਨੂੰ ਜਾਂਦੀ ਹੈ। ਪਰ ਚੌੜਾ ਰਸਤਾ ਸੌਖਾ ਨਹੀਂ ਨਾਲੇ ਛੋਟਾ ਵੀ ਹੈ ਪਰ ਖਤਰੇ ਤੋਂ ਘੱਟ ਨਹੀਂ। ਉਸ ਰਸਤੇ ਮੁਗਲ ਸੈਨਾ ਆਉਂਦੀ ਜਾਂਦੀ ਰਹਿੰਦੀ ਹੈ। ਵੇ ਗੰਗੂ ਕੁਮਾ ਠੀਕ ਕਹਿੰਦਾ ਰਸਤਾ ਔਖਾ ਸਹੀ ਪਰ ਸਾਨੂੰ ਬਚ ਕੇ ਚੱਲਣਾ ਚਾਹੀਦਾ। ਅਸੀਂ ਗੁਰੂ ਪਿਤਾ ਗੁਰੂ ਮਾਂ ਤੇ ਵੀਰਾ ਕੋਲ ਕਦ ਪਹੁੰਚਾਂਗੇ? ਅਸੀਂ ਸਾਰੇ ਅਲੱਗ-ਅਲੱਗ ਰਸਤੇ ਵੱਲ ਇਸ ਲਈ ਹੋ ਗਏ ਹਾਂ ਤਾਂ ਕਿ ਦੁਸ਼ਮਣਾਂ ਨੂੰ ਭੁਲੇਖੇ 'ਚ ਪਾ ਸਕੀਏ। ਜਿੱਦਾਂ ਹੀ ਮਾਹੌਲ ਠੀਕ ਹੋਏਗਾ ਅਜੀਤ ਵੀਰ ਜੀ ਸਾਨੂੰ ਆ ਕੇ ਲੈ ਜਾਣਗੇ, ਹੈ ਨਾ ਦਾਦੀ ਮਾਂ? ਬਸ ਉਹ ਆਪ ਕਿਸੇ ਮੁਸੀਬਤ 'ਚ ਨਾ ਹੋਣ। ਸੂਬੇ ਸਰਹੰਦ। So it appears they've set up an encampment around this fort as well, too. ਆਹੀ ਕੋਈ 10 ਲੱਖ ਦੇ ਕਰੀਬ। 42 ਦੇ ਸਾਹਮਣੇ 10 ਲੱਖ ਸਿੰਘਾਂ ਦੇ 1 ਜੋਸ਼ ਤੋਂ million. ਕਿੰਨਾ ਡਰਦੀ ਹੈ ਮੁਗਲ ਫੌਜ। Yeah, they sent so many. ਮਾਂ ਪਰ ਧੀ ਪਿਤਾ ਪਰ ਘੋੜਾ। So Bhai Man Singh Ji recites the Punjab proverb. Proverb, yes. Proverb. Mother, daughter, father, horse, son. If not much, then at least a little. The meaning of this proverb is that the mindset and behavior of children is influenced by their parents. Even if not by much, they still exhibit some qualities of their parents. In this scene, when Jujhar Singh exclaims that the Mughals must be terrified because they have sent 1 million soldiers to combat only 42 Sikhs, his wisdom reminds Man Singh Ji of the Punjab proverb. This is because Jujhar Singh is exhibiting wisdom just like his parents. An ordinary individual would have interpreted the 1 million soldier infantry of the Mughals as a symbol of their strength, but Jujhar Singh Ji reveals that their large infantry is a reflection of the Mughals' fear instead of their strength. Yeah, exactly. The Mughals are trying to why you need the 1 million people? Well, the Mughals are trying to put fear into the Sikhs here by surrounding their fort and chanting war cries and playing their drums. Yeah. That would be absolutely terrifying to a soldier to see 1 million people. Oh, I'd be shaking in my boots there. I'd be like hiding. Let's see what happens here. थोड़ा थोड़ा पर तू ता थोड़े तो भी किते आगे निकल गया। 1.25 लाख से एक लड़ाऊं तब 1.25 lakh se aiglado. I will make one combat 1.25 lakh. I think what he's saying is I myself can take on 125,000 men myself. Tabhe Gobind Singh Nam Cajon, then only I will call myself Gobind Singh. Oh, if I can do that, then I'll call myself Gobind Singh. Okay. Gotcha. ਵੇ ਗੋਬਿੰਦ ਸਿੰਘ ਨਾਮ ਕਹਾਉ ਹੁਣ ਦੱਸਾਂਗੇ ਦੁਸ਼ਮਣਾਂ ਨੂੰ ਕਿ ਇੱਕ ਸਿੰਘ 1.25 ਲੱਖ ਦੇ ਬਰਾਬਰ ਕਿਵੇਂ ਹੁੰਦਾ ਹੈ। ਬੋਲੇ ਸੋਨਿਹਾਲ। Oh, so loud. ਗੱਲ ਸੁਣ ਨਪਨ ਮੀਆਂ ਤੂੰ ਤਾਂ ਕਹਿੰਦਾ ਸੀ ਮੁੱਠੀ ਪਰ ਸਿੰਘ ਨੇ 100 ਦੀ ਖਬਰ ਸੀ
Not even. Jakara refers to a victorious slogan, usually called out in two parts. The first is called out by an individual, after which the second part is called out enthusiastic by everyone else. So I'd say maybe Jai. Hind. No, Kar. Oh, what? Huh? what? Sorry, I missed what you were saying. It's two parts. So what the one person goes Jai, and then the crowd goes like Kar. Okay, or Kara, okay. I think, or I was something. thinking of the military Kara. thing. Jai to proclaim success, Kar to do. It is used to proclaim victory, rejoice, and triumph, or to rally spirits. Often the Sikhs' Jakara would be so loud that the enemy would overestimate the number of Sikhs. It's exactly what's happening. Well, because you'd never imagine that 100 men would have the audacity to take on thousands or even 1 million of your men. No wonder they think there's more of them. Yeah. ਮੈਨੂੰ ਤੇ ਜ਼ਿਆਦਾ ਲੱਗਦੇ ਨੇ ਹੋਰ ਸਿੰਘ ਆਖੇ ਹੋਣੇ ਉਹ ਕਿੰਨੇ ਹੋਣਗੇ 100 500 ਹਜ਼ਾਰ 80 ਲੱਖਾਂ ਵਿੱਚ ਆ ਮੈਂ ਜਨਾਬ ਵਜ਼ੀਰ ਖਾਨ ਨਾਲ ਮਸ਼ਵਰਾ ਕਰਕੇ ਆਣਾ ਵਾ ਤੂੰ ਜਾ ਤੁਸੀਂ ਜਾਓ ਮੈਂ ਤਾਂ ਇੰਨਾ ਜਾਣਦਾ ਕਿ ਇਹਨਾਂ ਵਿੱਚੋਂ ਕੱਲ ਇੱਕ ਵੀ ਨਹੀਂ ਬਚੇਗਾ ਗੁਰੂ ਸਾਹਿਬ ਜਾਨੀ ਜਾਣ ਸਨ ਉਸ ਰਾਤ ਉਹ ਭਲਾ ਕਿਵੇਂ ਸੌਂਦੇ सोचते हुए गुरु आराम करती हुई फौजों में आए सोए हुए बच्चों के जैसे खुद पिता है खोले दबे पांव टहल रहे थे सतगुरु भक्ति से मुरीदों की बहल रहे थे सतगुरु देखते हर एक को गुरु दीदारे तरसे जिन सिंहों ने कल मौत के साहिल था उतरना कल सुबह था जिन खालसों ने जंग में मरना सतगुरु सिंहों को निहारते थोड़ी और आगे आए साहबजादे जहां दोनों ही सोए हुए पाए जिगर के टुकड़ों से हुआ जबकि गुजरना मुश्किल हुआ इस जगह से कदम आगे को धरना सोचते थे कल दोनों ही परवान चढ़ेंगे बरखुरदार मेरे वाओ सचखंड में तुम चैन करोगे So he knows, of course, that he knows that his sons are going to be everyone's martyred. going to die. But I just want to know what his strategy is, just like fight till the death sort of thing. Well, like don't just, because I don't know, to be critical. It's sort of like, was there any way that they could flee and then like gather more Sikh soldiers or troops and like instead of just like going out and getting killed? Like, is there a way that they could have saved themselves? Replenish their army, replenish their numbers, come back with a strategic attack. And because sometimes I'm like, it's almost like for nothing that they're all just going to die. Well, I think a lot of it is we don't know the particulars. I mean, they are, if you've got like less than 100 people surrounded by 1 million, it doesn't matter sort of. They can't flee anyways. Right. I forgot about that they literally can't get out of there. They're trapped, I guess. Yeah. But the other ones, I guess they had left early and they got home safely. I don't know. I'm just thinking like if they all retreated, went home, regrouped, like it's just like maybe they could have come back stronger. I guess that just wasn't the way. And as I understand it, at the end they were victorious. So we need to. Or more see than what the 42, here. all the other men too, I guess. I think there's a lot of variables. If you retreat to villages, then maybe the Mughals go into the villages, and then the villages are in danger. There's a lot of different variables here. हमें शहादत का बड़ा शौक है वाहिगुरु सब कुछ है तेरा कुछ भी ना मेरा है वाहिगुरु जुमा कभी हलकूम दहन चूमने बैठे जैसे धरती पर सोए दो कमल चूमने बैठे सर ठीक किए सरके हुए जख्म भरे मरहम से साफे कभी सिंहों के He's not going to get any sleep. No, he's not. But they said he couldn't sleep because he needs to knows what's sleep. going to happen.
So he needs his rest. Yeah, well. बिछाते उठाते हुए जमीन से But yeah, I don't know how anyone would be able to sleep. उल्फत I sure as के heck would not जज्बे be sleeping. नहीं देखे कहीं हमने। है देखना एक बात सुने भी नहीं हमने। करतार की सौगंध है, नानक की कसम है, जितनी भी हो गुरु गोविंद की तारीफ वो कम है। सिपाहियों, हमला करो। ताला ना काज बना के सिर से ले लो। Yeah, they're not gonna have like enough arrows. You wouldn't even have enough arrows. Yeah, it doesn't. Exactly. वीरानी वो छोड़ लगातार करो ताजो सिंह बाहर ना आ सकन ऐसी गड़ी तक पहुंच जाइए। Jeez. Those arrows are just incredible. How much force they hit you with. This is reminding me of Kasari. कड़ी दे दोनों कोनियां ते जाके इन्हां दी गिट्टियां ते तीर मार दिया। रुक जाओ, तीर न चलाओ, साडे अपने बंदे नु लगणगे। आगे बढ़ो। They're not letting the back line shoot in case they miss and injure their own men. Yeah, some of their own men might still be, I guess, alive and not because they shot those arrows into some of their legs, so they might still be struggling there. Oh, he's got no chance. How it goes through the metal Yeah, too? it goes through the chainmail. Well, they've got that huge armor though, that thick metal. Can it go through that? Or it's just the force of it? It's like, as I understand, in general, no, it's not supposed to be able to bust through that. But it went above, I believe, his chest plate. Okay, it was very close. And it went through the chainmail. I think that's okay. Then the chain stuff, isn't that pointless if it can go through it? I guess sometimes it doesn't, and sometimes it finds a hole. रुक जाओ। रणनीति बदलनी पड़ेगी। Their resolve does not appear to be very strong. I mean, they've got so many more. I thought their strategy would have just been for like They're meant a to ton of their overwhelm men, this- just send in like a crazy amount, but it's like they were sending in only like a minimal amount, so it was almost a fair match to begin with because the ones in the back were just standing there. I don't understand. Well, I was sort of expecting the Mughal general there to be less concerned with the safety of his men, but he is. Yeah. So, because you're right. I mean, one strategy is just as many of our men can die as possible, but let's just overrun them. I feel like he's not taking that less strategy. die in that circumstance possibly because like the ones he sent out are all dying because it's too much of a fair match. It seems to like if they all like bombarded it, then like there's no way that like 42 people can fend off 1 million. Like they were just trying to go send in different lines. Well, now he's sort of sending them in waves, which is Waves, right, maybe yeah. worse than. I don't know. Well, let's see here. ख्वाजा मोहम्मद The wazir's not happy. मुट्ठी पर सिंगा नु तुसी काबू नहीं कर सके। जाओ, जाके एक बार हमला बोलो। See, he's got the same idea as you there, Alyssa. ਤੇ ਅਸੀਂ ਨੀ ਵੀ ਜਗ੍ਹਾ ਤੇ ਜੇਕਰ ਅਸੀਂ Yeah, they do ਇੱਕੋ have a ਹਮਲਾ ਕੀਤਾ disadvantage, ਤਾਂ ਸਾਡੇ for sure. ਘੱਟੋ ਘੱਟ 20,000 ਜਵਾਨ ਮਾਰੇ ਜਾਣਗੇ 20,000. Oh, they would still be losing. Yeah. ए नुकसान बहुत ज्यादा है। ठहरो, Okay. मैंने सोचन दियो। 20,000. But I still don't understand the fact that like 42 people, even if they have the advantage, they're up above, like they can't possibly shoot enough arrows in the time that all these other people are shooting.
I guess it's because like they're able to block their shots pretty well. Well, you know, like you'd think when they stand up to shoot that like there'd be like hundreds of men all shooting at them at once, that like they wouldn't last very long. But I guess they're maybe like they're hiding behind the thing, and the Mughals have no coverage. That's the thing. They actually they have cover, and the Mughals are like wide out in the open to get shot, and that must be how they're able to do that. Because Kasari was 21 men, right? And they put a dent in that army. That's right. Well, it's 20,000. Wow, Same that's their situation, prediction. Too. It was like they were in the fort and they had the advantage. Yeah. What's his idea now? ਇਸ ਤਰ੍ਹਾਂ ਕਰੋ ਉਹਨਾਂ ਦੀ ਤੀਰਾਂ ਦੀ ਮਾਰ ਤੋਂ 10 ਗਜ ਦੂਰ ਹੋ ਕੇ ਬੈਠ ਜਾਓ But then how are they gonna shoot far enough? ਸਿੰਘਾਂ ਕੋਲ ਫੇਰ ਦੋ ਹੀ ਵਿਕਲਪ ਰਹਿ Just gonna stand there? ਜਾਂ ਤਾਂ ਗੜੀ ਤੋਂ ਬਾਹਰ ਆ ਕੇ ਸਾਡੇ ਨਾਲ ਲੋਹਾ ਲੈਣ ਤੋਂ ਪਹਿਲਾਂ ਹੀ ਸਾਡੇ ਸਿਪਾਹੀਆਂ ਦੇ ਤੀਰਾਂ ਦੀ ਭੇਟ ਚੜਨਗੇ, ਜਾਂ ਆਪਣੇ ਗੁਰੂ ਸਮੇਤ ਮੇਰੇ ਸਾਹਮਣੇ ਆ ਕੇ ਘੁੱਟਨੇ ਟੇਕ ਦੇਣਗੇ। So they're just gonna starve them out because. Yeah, but get far enough away that they aren't within the range of. But if they wait it out, then the Mughals are gonna get hungry as well and retreat eventually. Yeah, but it doesn't matter for them because they've got this outer line. They can go grab food, bring it back, everything. They're doing just fine. Yeah. It would last forever if they just shoot. They could start farming the land right around them. You know, like they're in there for the long haul if they want to. ਵੇਲਾ ਆ ਗਿਆ ਸ਼ਹੀਦੀਆਂ ਪਾਉਣ ਦਾ। ਮੁਗਲ ਗੜੀ ਨੂੰ ਘੇਰ ਕੇ ਬੈਠ ਗਏ ਨੇ। ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਖਾਣ ਪੀਣ ਦਾ ਸਮਾਨ ਸੀਮਿਤ ਹੈ। ਗੁਰੂ ਸਾਹਿਬ ਦਾ ਹੁਕਮ ਹੈ, ਸਾਨੂੰ ਗੜੀ ਦੇ ਬਾਹਰ ਜਾ ਕੇ ਲੜਨਾ ਪਵੇਗਾ। ਠੀਕ ਹੈ, ਅਸੀਂ ਸਾਰੇ ਇੱਕੋ ਵਾਰ ਜਾ ਕੇ ਹੱਲਾ ਬੋਲ ਦਿਆਂਗੇ। ਘੱਟੋ ਘੱਟ ਸੈਂਕੜਿਆਂ ਨੂੰ ਧਰਤੀ ਤੇ ਵਿਛਾ ਦਿਆਂਗੇ। ਅਸੀਂ ਸੈਂਕੜੇ ਨਹੀਂ ਹਜ਼ਾਰਾਂ ਨੂੰ ਮਾਰਾਂਗੇ, ਪਰ ਜਿਵੇਂ ਗੁਰੂ ਪਿਤਾ ਦਾ ਹੁਕਮ ਹੈ ਕਿ 5-5 ਸਿੰਘਾਂ ਦਾ ਜੱਥਾ ਮੁਗਲਾਂ ਨਾਲ ਲੜਨ ਵਾਸਤੇ ਗੜੀ ਤੋਂ ਬਾਹਰ ਜਾਵੇਗਾ। ਅਸੀਂ ਉਹਨਾਂ ਨੂੰ ਇੰਨਾ ਨੁਕਸਾਨ ਪਹੁੰਚਾਵਾਂਗੇ ਜਿੰਨਾ ਉਹਨਾਂ ਨੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ। ਪਹਿਲਾ ਜੱਥਾ ਲੈ ਕੇ ਮੈਂ ਜਾਵਾਂਗਾ। They're only going on groups of 5. They must. Wow. They're at a total disadvantage. Oh, they got fog. Can't see them. Oh. लगता सिंह आ रहे ने। तू जाके देख। मैनू नहीं लगता, तू जा। They're so you go. scared. Well, yeah. Jeez. Oh. Why are you pausing it? Because we only have 3 minutes and 40 seconds left, so I think this might be the perfect place to end things. What do you think, Alyssa? Okay. Or do you want to see what happens here? I'm just afraid that we might not have enough time. I know, I want to... They're going to be disappointed that hopefully... Oh, yeah, no, well, we're posting one episode a day, so they're going to be really disappointed that they're going to have to wait You're going to have to wait a whole day for the... Sorry, and if you're not subscribed yet, get on that. Click that bell. Choose the all so you get the notifications, like, comment. That's right, guys. And we'll see you in the next video. This is Internet Rabbit Hole Daily. All right, sign off. off. Bye. Bye, guys.